ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ। ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ, ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ ਉਨੀ ਕੁ ਵਿਚਾਰ ਕੀਤੀ ਜਾਂਦੀ ਹੈ। ਜੇ ਕਿਸੇ ਕੋਲ ਹੋਰ ਵੱਧ ਤੋਂ ਵੱਧ ਵਿਚਾਰ ਹੈ, ਗੁਰ ਕਿਰਪਾ ਹੈ, ਉਸ ਅੱਗੇ ਵੀ ਬੇਨਤੀ ਹੈ ਕਿ ਉਹ ਜ਼ਰੂਰ ਸਾਂਝੀ ਕਰੇ। ਜੇ ਗੁਣ ਹੋਵਨ ਸਾਜਨਾ, ਮਿਲ ਸਾਂਝ ਕਰੀਜੈ। ਗੁਣਾਂ ਦੀ ਸਾਂਝ ਕਰਨੀ ਬਹੁਤ ਜ਼ਰੂਰੀ ਹੈ। ਸੋ ਚੱਲ ਰਹੀ ਗੁਰਬਾਣੀ ਸ਼ਬਦ ਵਿਚਾਰ ਦਾ ਜੋ ਅੱਜ ਦਾ ਬਚਨ ਹੈ ਸਾਹਿਬ ਦਾ, ਗੁਰਬਾਣੀ ਆਖਦੀ ਹੈ, ਸੋ ਅਸਤ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚ। ਸੋ ਅਸਤ, ਜਿਵੇਂ ਸੂਰਜ ਹੈ ਉਹ ਛਿਪ ਜਾਂਦਾ ਹੈ, ਅਸਤ ਹੋ ਜਾਂਦਾ ਹੈ, ਪਰ ਹੈ ਤਾਂ ਉੱਥੇ ਹੀ, ਉਹ ਸਾਨੂੰ ਦਿਖਾਈ ਨਹੀਂ ਦਿੰਦਾ। ਇਸੇ ਤਰ੍ਹਾਂ ਪਾਤਸ਼ਾਹ ਨੇ ਗੁਰਬਾਣੀ ਦੇ ਅੰਦਰ ਸਾਨੂੰ ਉਪਦੇਸ਼ ਦਿੱਤਾ ਕਿ ਜਿਹੜਾ ਮਨ ਦੇ ਅਸਤ ਹੋਣ ਦੀ ਗੱਲ ਹੈ, ਮਨ ਕਿਵੇਂ ਅਸਤ ਹੁੰਦਾ? ਭਾਵ ਕਿ ਬਾਹਰ ਦੇਖਣਾ ਬੰਦ ਕਰ ਦਿੰਦਾ, ਮਾਇਆ ਦੀ ਇੱਛਾ ਕਰਨੀ ਬੰਦ ਕਰ ਦਿੰਦਾ, ਆਪਣੇ ਮੂਲ ਦੇ ਨਾਲ ਜੁੜ ਜਾਂਦਾ, ਭਾਵ ਕਿ ਆਪਣੇ ਆਪੇ ਦੀ ਸੋਝੀ ਪ੍ਰਾਪਤ ਕਰਨ ਲੱਗ ਜਾਂਦਾ ਹੈ। ਜਦੋਂ ਅਸੀਂ ਕਿਸੇ ਚੀਜ਼ ਬਾਰੇ ਸਮਝਣ ਲੱਗ ਜਾਈਏ ਤਾਂ ਸਾਡੇ ਅੰਦਰੋਂ ਆਪਣੇ ਆਪ ਹੀ ਸੋਚ ਬੰਦ ਹੋ ਜਾਂਦੀ ਹੈ। ਜਦੋਂ ਅਸੀਂ ਕਿਸੇ ਚੀਜ਼ ਬਾਰੇ ਸੋਚਦੇ ਰਹਿੰਦੇ ਹਾਂ ਤਾਂ ਸਾਨੂੰ ਸਮਝ ਆਉਣੀ ਬੰਦ ਹੋ ਜਾਂਦੀ ਹੈ। ਹੇ ਮੇਰੇ ਮਨਾ, ਇਸੇ ਕਰਕੇ ਗੁਰਬਾਣੀ ਤੈਨੂੰ ਉਪਦੇਸ਼ ਦਿੰਦੀ ਹੈ ਕਿ ਸਮਝ, ਬੂਝ ਜੋ ਕਰਤ ਵਿਚਾਰ। ਪਹਿਲਾਂ ਸਮਝ ਚੰਗੀ ਤਰ੍ਹਾਂ, ਵਿਚਾਰ, ਉਹਦੇ ਵਿੱਚੋਂ ਬੁਝਾਰਤ ਬੁੱਝ ਹੋਣੀ। ਭਵ ਜਲ ਤਰਤ ਨਾ ਲਾਵਤ ਬਾਰ, ਫਿਰ ਤੈਨੂੰ ਪਤਾ ਹੀ ਨਹੀਂ ਲੱਗਣਾ ਕਿ ਕਦੋਂ ਤੂੰ ਭਵ ਸਾਗਰ ਚੋਂ ਬਾਹਰ ਹੋ ਗਿਆ, ਕਦੋਂ ਤੇਰੇ ਅੰਦਰ ਸੱਚ ਪ੍ਰਗਟ ਹੋ ਗਿਆ। ਸੋ ਆਪਣੇ ਮੂਲ ਨਾਲ ਜੁੜ ਜਾਂਦਾ ਹੈ ਜਦੋਂ ਮਨ ਅਸਤ ਹੋ ਜਾਂਦਾ ਹੈ। ਮਨ ਕੀ ਹੈ? ਚੰਦਰਮਾ ਦੀ ਤਰ੍ਹਾਂ। ਹੁਣ ਜਿਹੜਾ ਬਾਹਰ ਵੀ ਚੰਦਰਮਾ ਹੈ, ਉਹਦੀ ਆਪਣੀ ਕੋਈ ਰੌਸ਼ਨੀ ਨਹੀਂ ਹੈ। ਇਸੇ ਤਰ੍ਹਾਂ ਮਨ ਦੀ ਵੀ ਕੋਈ ਆਪਣੀ ਹੋਂਦ ਨਹੀਂ ਹੈ। ਜਿਹੜਾ ਸਾਡਾ ਮੂਲ ਹੈ, ਉਹਦਾ ਧਿਆਨ ਹੀ ਜਦੋਂ ਬਾਹਰ ਜਾਂਦਾ ਤਾਂ ਉਹ ਮਨ ਬਣ ਜਾਂਦਾ ਹੈ, ਤੇ ਜਦੋਂ ਉਹ ਧਿਆਨ ਆਪਣੇ 'ਚ ਰੱਖਦਾ ਤਾਂ ਮੂਲ ਬਣ ਜਾਂਦਾ ਹੈ। ਆਪਣੀ ਹੀ ਰੌਸ਼ਨੀ ਨਾਲ ਦੇਖਣਾ ਧਰਤੀ ਨੂੰ, ਭਾਵ ਕਿ ਆਪਣੇ ਗਿਆਨ ਨਾਲ ਹੀ ਆਪਣੇ ਮੂਲ ਨੂੰ ਜਾਣਨਾ, ਭਾਵ ਕਿ ਜਿਹੜਾ ਸਾਡਾ ਮੂਲ ਹੈ, ਜਿੱਥੋਂ ਮਨ ਪੈਦਾ ਹੁੰਦਾ ਹੈ, ਜਿਹਦੇ ਵਿੱਚੋਂ ਰੌਸ਼ਨੀ ਨਿਕਲਦੀ ਹੈ, ਜੇ ਅਸੀਂ ਉਸ ਰੌਸ਼ਨੀ ਨੂੰ ਬਾਹਰ ਕੱਢੀਏ ਹੀ ਨਾ, ਜਿਵੇਂ ਅਸੀਂ ਮੋਬਾਈਲ ਫੋਨ ਨੂੰ ਚਾਰਜ ਕਰ ਲਿਆ, ਉਹਦੀ ਬੈਟਰੀ ਫੁੱਲ ਕਰ ਲਈ, ਉਹਨੂੰ ਅਸੀਂ ਚਲਾਈਏ ਹੀ ਨਾ, ਉਹਦੀ ਬੈਟਰੀ ਹੈ ਜਿਹੜੀ ਉਹ ਉਨੀ ਰਹੂਗੀ, ਖਪਤ ਨਹੀਂ ਹੋਣੀ। ਜਦੋਂ ਅਸੀਂ ਉਹਦੀ ਖਪਤ ਕਰਾਂਗੇ ਤਾਂ ਬੈਟਰੀ ਘਟੇਗੀ, ਤੇ ਜੇ ਉਹਦੇ ਨਾਲ ਚਾਰਜਰ ਲੱਗਿਆ ਰਹੇ, ਖਪਤ ਵੀ ਕਰੀ ਚੱਲੀਏ ਤੇ ਬੈਟਰੀ ਫਿਰ ਉਨੀ ਦੀ ਉਨੀ। ਇਸੇ ਤਰ੍ਹਾਂ ਹੀ ਜਿਹੜਾ ਗੁਰਮੁਖ ਹੈ ਉਹ ਆਪਣੇ ਮਨ ਨੂੰ ਆਪਣੇ ਮੂਲ ਨਾਲ ਜੋੜ ਦਿੰਦਾ। ਉਹਦਾ ਜਿਹੜਾ ਮੂਲ ਹੈ, ਉਹਦਾ ਕਨੈਕਟ ਹੈ ਸਿੱਧਾ ਸੱਚਖੰਡ ਨਾਲ, ਹੁਕਮ ਨਾਲ। ਹੁਕਮ ਦੀ ਪਿੱਛੋਂ ਰੌਸ਼ਨੀ ਆਈ ਜਾਂਦੀ ਹੈ, ਉਹ ਵਰਤੀ ਜਾਂਦਾ, ਉਹਨੂੰ ਕੋਈ ਫਰਕ ਨਹੀਂ ਪੈਂਦਾ।
ਤਾਂ ਹੀ ਪਾਤਸ਼ਾਹ ਨੇ ਲਿਖਿਆ ਨਾ, ਇੱਕ ਮੂਲ ਨਾ ਬੁੱਝਣ ਆਪਣਾ, ਆਪਣੇ ਮੂਲ ਨੂੰ ਨਹੀਂ ਬੁੱਝਦੇ ਕਿ ਮੈਂ ਕੌਣ ਆ। ਸੋ ਸੂਰਜ ਚੜਿਆ ਹੋਇਆ, ਚੰਦਰਮਾ ਜਿਹੜਾ ਮਨ ਹੈ ਉਹ ਦਿਖਾਈ ਨਹੀਂ ਦਿੰਦਾ। ਜਦੋਂ ਸੂਰਜ ਚੜ ਜਾਂਦਾ ਬਾਹਰ ਵੀ ਤਾਂ ਚੰਦਰਮਾ ਨਹੀਂ ਦਿਖਦਾ। ਇਸੇ ਤਰ੍ਹਾਂ ਜਦੋਂ ਸਾਡੇ ਹਿਰਦੇ ਚੋਂ ਸੱਚ ਪ੍ਰਗਟ ਹੋ ਜਾਂਦਾ, ਜਿਹੜੀ ਮਨ ਦੀ ਹੋਂਦ ਆ ਉਹ ਖਤਮ ਹੋ ਜਾਂਦੀ। ਪਰ ਹੈ ਤਾਂ ਸਹੀ, ਇਹ ਤਾਂ ਹੈ ਨਹੀਂ ਵੀ ਚੰਦਰਮਾ ਹੀ ਖਤਮ ਹੋ ਗਿਆ। ਮਨ ਖਤਮ ਨਹੀਂ ਹੁੰਦਾ, ਇੱਛਾ ਖਤਮ ਨਹੀਂ ਹੁੰਦੀ, ਇੱਛਾ ਦਾ ਜ਼ੋਰ ਨਹੀਂ ਚੱਲਦਾ। ਜਿਵੇਂ ਇੱਕ ਛੋਟਾ ਬੱਚਾ ਹੈ, ਉਹ ਵੱਡੇ ਬੰਦੇ ਦੇ ਨਾਲ ਝਗੜਦਾ, ਉਹ ਹੱਥ ਮਾਰਦਾ, ਉਹਨੂੰ ਕੋਈ ਫਰਕ ਨਹੀਂ ਪੈਂਦਾ ਵੱਡੇ ਨੂੰ, ਪਰ ਉਹ ਆਪਣਾ ਤਾਣ ਤਾਂ ਲਾਉਂਦਾ ਨਾ। ਇਸੇ ਤਰ੍ਹਾਂ ਮਨ ਦੇ ਅੰਦਰ ਇੱਛਾ ਮਾਇਆ ਦੀ ਰਹਿੰਦੀ ਹੈ, ਪਰ ਉਹਦਾ ਜ਼ੋਰ ਨਹੀਂ ਚੱਲਦਾ। ਸੂਰਜ ਦੀ ਰੌਸ਼ਨੀ ਦੇ ਵਿੱਚ ਚੰਦਰਮਾ ਦੀ ਰੌਸ਼ਨੀ ਨਹੀਂ ਕੁਛ ਵੀ ਕਰਦੀ। ਜਦੋਂ ਹਿਰਦੇ ਚੋਂ ਸੱਚ ਪ੍ਰਗਟ ਹੋ ਜਾਂਦਾ ਹੈ, ਫਿਰ ਸਾਰਾ ਕੁਝ ਤਵਸਤ ਹੋ ਜਾਂਦਾ ਹੈ। ਸੋ ਸੂਰਜ ਦੀ ਰੌਸ਼ਨੀ ਨਾਲ ਨਜ਼ਾਰਾ ਵੇਖਦਾ ਫਿਰ ਮਨ, ਪਿੱਛੋਂ ਜੋ ਹੁਕਮ ਦਿਖਾਉਂਦਾ ਫਿਰ ਉਹੀ ਦੇਖਦਾ, ਉਹੀ ਕੁਝ ਬੋਲਦਾ ਜੋ ਹੁਕਮ ਬੁਲਾਉਂਦਾ। ਫਿਰ ਉਹ ਆਪਣੀ ਜਿਹੜੀ ਤਾਕਤ ਹੈ ਉਹ ਨਹੀਂ ਵਰਤਦਾ, ਉਹ ਹੁਕਮ ਦੀ ਤਾਕਤ ਨਾਲ ਚੱਲਦਾ ਹੈ। ਫਿਰ ਬੱਚੇ ਨੂੰ ਪਤਾ ਲੱਗ ਜਾਂਦਾ ਵੀ ਮੇਰੇ ਪਿਤਾ ਦੀ ਤਾਕਤ ਜ਼ਿਆਦਾ ਹੈ, ਮੇਰੇ ਕੋਲ ਘੱਟ ਹੈ। ਫਿਰ ਉਹ ਪਿਤਾ ਦੀ ਤਾਕਤ ਦੇ ਨਾਲ ਹੀ ਕੰਮ ਕਰਦਾ ਹੈ, ਰਲ ਕੇ ਕੰਮ ਕਰਦਾ ਹੈ। ਇਸੇ ਤਰ੍ਹਾਂ ਮਨ ਜਦੋਂ ਚਿੱਤ ਨਾਲ ਜੁੜ ਜਾਂਦਾ, ਦੋਨਾਂ ਦੀ ਇੱਕ ਤਾਕਤ ਬਣ ਜਾਂਦੀ ਹੈ, ਫਿਰ ਉਹ ਇਕੱਠੇ ਚੱਲਦੇ। ਚੰਦਰਮਾ ਅਸਤ ਹੋ ਗਿਆ, ਜਾਂ ਇੰਜ ਸਮਝ ਲਵੋ, ਸਮਝਣਾ ਹੀ ਹੈ ਕਿ ਇੱਕ ਵਿਗਿਆਨੀ ਖੋਜ ਕਰ ਰਿਹਾ ਸੰਸਾਰ ਦੀ, ਬੁੱਧੀ ਆਪਣੀ ਹੈ, ਤੇ ਗੁਰਮੁਖ ਵੀ ਖੋਜ ਕਰ ਰਿਹਾ। ਜਿਸ ਨੇ ਸ੍ਰਿਸ਼ਟੀ ਰਚੀ ਹੈ, ਕਿਉਂਕਿ ਸਾਰਾ ਗਿਆਨ ਤਾਂ ਉਹਦੇ ਕੋਲ ਹੈ, ਸਿਰਫ ਦ੍ਰਿਸ਼ਟੀਕੋਣ ਦਾ ਅੰਤਰ ਹੈ। ਜਿਹੜਾ ਸੰਸਾਰੀ ਖੋਜ ਕਰ ਰਿਹਾ ਉਹ ਸੰਸਾਰ ਨਾਲ ਜੁੜ ਕੇ ਲੱਭ ਰਿਹਾ ਕੁਛ, ਜਿਹੜਾ ਨਿਰਾਕਾਰੀ ਖੋਜ ਕਰ ਰਿਹਾ ਉਹ ਨਿਰੰਕਾਰ ਨਾਲ ਜੁੜ ਕੇ ਲੱਭ ਰਿਹਾ, ਉਹ ਕਰਤੇ ਨਾਲ ਜੁੜ ਗਿਆ। ਜਦੋਂ ਕਰਤੇ ਨਾਲ ਜੋਤ ਜੁੜ ਜਾਂਦੀ ਹੈ, ਮੂਲ ਸਾਡਾ ਹੁਕਮ ਨਾਲ ਜੁੜ ਜਾਂਦਾ, ਫਿਰ ਗੁਰਬਾਣੀ ਦਾ ਬਚਨ ਹੈ ਜਿਹੜਾ ਪਾਤਸ਼ਾਹ ਦਾ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਫਿਰ ਉਹ ਜੋ ਕੁਛ ਵੀ ਉਹਦੇ ਅੰਦਰ ਇੱਛਾ ਪੈਦਾ ਹੁੰਦੀ ਹੈ ਵੀ ਮੈਨੂੰ ਹੁਕਮ ਆ ਦਿਖਾਵੇ, ਤਾਂ ਹੁਕਮ ਉਹਨੂੰ ਉਹੀ ਕੁਛ ਦਿਖਾਈ ਜਾਂਦਾ। ਪਰ ਹੁਕਮ ਉਹਨੂੰ ਉਹਦੇ ਵਿੱਚ ਫਿਰ ਫਸਣ ਨਹੀਂ ਦਿੰਦਾ, ਡੁੱਬਣ ਨਹੀਂ ਦਿੰਦਾ। ਜਿਵੇਂ ਜਹਾਜ਼ ਸਮੁੰਦਰ ਦੇ ਵਿੱਚ ਤੈਰਦਾ ਤੇ ਵਿਚਲੀਆਂ ਸਵਾਰੀਆਂ ਨੂੰ ਡੁੱਬਣ ਨਹੀਂ ਦਿੰਦਾ, ਪਰ ਉਹ ਆਪ ਤਾਂ ਪਾਣੀ ਦੇ ਵਿੱਚ ਚੱਲਦਾ ਹੀ ਹੈ। ਇਸੇ ਤਰ੍ਹਾਂ ਹੁਕਮ ਮਾਇਆ 'ਚ ਚੱਲਦਾ, ਕਿਉਂਕਿ ਹੁਕਮ ਨੂੰ ਤਾਂ ਮੈਲ ਲੱਗਣੀ ਨਹੀਂ। ਤੇ ਗੁਰਮੁਖ ਦੀ ਸੁਰਤ ਹੁਕਮ ਨਾਲ ਜੁੜ ਜਾਂਦੀ ਹੈ, ਸ਼ਬਦ ਨਾਲ ਜੁੜ ਜਾਂਦੀ ਹੈ। ਸਰੀਰ ਗੁਰਮੁਖ ਦਾ ਮਾਇਆ 'ਚ ਹੀ ਚੱਲਦਾ ਹੈ, ਜਿਹੜਾ ਬਾਹਰਲਾ ਸਰੀਰ ਹੈ ਉਹ ਮਾਇਆ 'ਚ ਹੀ ਹੈ, ਪਰ ਗੁਰਮੁਖ ਦੀ ਸੁਰਤ ਮਾਇਆ ਤੋਂ ਬਾਹਰ ਚਲੇ ਜਾਂਦੀ ਹੈ। ਉਹ ਇਸ ਸੰਸਾਰ ਨਾਲ ਜੁੜਦਾ ਨਹੀਂ ਹੈ, ਪਰ ਰਹਿੰਦਾ ਸੰਸਾਰ 'ਚ ਹੀ ਹੈ। ਜਹਾਜ਼ ਹੈ ਸਮੁੰਦਰ 'ਚ ਹੀ, ਪਰ ਸਮੁੰਦਰ ਨਾਲ ਜੁੜਿਆ ਨਹੀਂ ਹੋਇਆ। ਪਾਣੀ ਨੂੰ ਪਰੇ ਕਰਦਾ ਚਾਈ ਜਾਂਦਾ, ਤੇ ਵਿੱਚ ਬੈਠੀਆਂ ਸਵਾਰੀਆਂ ਆਪਣੇ ਮੰਜ਼ਿਲ ਤੇ ਪਹੁੰਚ ਜਾਂਦੀਆਂ ਨੇ। ਇਸੇ ਤਰ੍ਹਾਂ ਗੁਰਮੁਖ ਕੋਲ ਸਰੀਰ ਹੈ ਜੋ ਬਾਹਰਲਾ ਕੱਪੜਾ ਹੈ, ਉਹ ਮਾਇਆ ਦੇ ਵਿੱਚ ਚੱਲਦਾ ਹੈ, ਰੁਕਦਾ ਨਹੀਂ ਕਿਤੇ। ਤੇ ਵਿੱਚ ਹੈ ਮਨ, ਮਨ ਸ਼ਬਦ ਨਾਲ ਜੁੜਿਆ ਰਹਿੰਦਾ, ਹੁਕਮ ਨਾਲ ਜੁੜਿਆ ਰਹਿੰਦਾ। ਉਹ ਕਿਨਾਰੇ ਤੇ ਜਦੋਂ ਜਹਾਜ਼ ਜਾ ਕੇ ਲੱਗ ਜਾਂਦਾ ਤੇ ਮਨ ਪਰਲੇ ਪਾਸੇ ਚਲਾ ਜਾਂਦਾ, ਤੇ ਜਹਾਜ਼ ਉੱਥੇ ਹੀ ਰਹਿ ਜਾਂਦਾ। ਇਸੇ ਕਰਕੇ ਸਰੀਰ ਇੱਥੇ ਹੀ ਰਹਿ ਜਾਣਾ, ਤੇ ਜਿਹਦਾ ਸਰੀਰ ਹੈ ਉਹਨੇ ਗਾਂਹ ਆਪਣਾ ਮੰਜ਼ਿਲ ਤੇ ਪਹੁੰਚ ਜਾਣਾ। ਤੇ ਜੇ ਕੋਈ ਸਰੀਰ ਨਾਲ ਹੀ ਜੁੜ ਜਾਵੇ, ਫਿਰ ਉਹ ਸਰੀਰ ਨਾਲ ਹੀ ਰਹੂਗਾ।
ਸੋ ਜੋ ਮੰਗ ਹੈ ਠਾਕਰ ਆਪਣੇ ਤੇ, ਜੋ ਕੁਛ ਵੀ ਉਹ ਆਪਣੇ ਠਾਕਰ ਤੋਂ ਮੰਗਦਾ, ਇਹਦਾ ਇਹ ਮਤਲਬ ਨਹੀਂ ਵੀ ਸੰਸਾਰ 'ਚ ਜੋ ਵੀ ਠਾਕਰ ਤੋਂ ਮੰਗੀ ਜਾਵੇ ਉਹੀ ਦੇਈ ਜਾਂਦਾ, ਇਸ ਤਰ੍ਹਾਂ ਨਹੀਂ ਹੈ। ਠਾਕਰ ਇੱਥੇ ਸਾਡਾ ਆਪਣਾ ਮੂਲ ਹੈ। ਪਰਮੇਸ਼ਰ ਨੇ ਸਾਨੂੰ ਜੋ ਕੁਛ ਦੇਣਾ ਸੀ ਉਹ ਮਾਇਆ ਦੀ ਰਚਨਾ ਰਚਤੀ ਉਹਨੇ। ਇਸ ਮਾਇਆ ਦੇ ਵਿੱਚੋਂ ਨਿਕਲਣਾ ਅਸੀਂ ਹੈ, ਸਾਡੀ ਪਰਖ ਹੈ। ਟੀਚਰ ਨੇ ਸਾਡੇ ਅੱਗੇ ਪੇਪਰ ਰੱਖਤਾ, ਲਿਖਤੇ ਉਹਨੇ ਸਵਾਲ, ਉਹਨਾਂ ਸਵਾਲਾਂ ਦੇ ਜਵਾਬ ਅਸੀਂ ਲੱਭਣੇ। ਉੱਥੇ ਸਾਡੀ ਬੁੱਧੀ ਨੇ ਕੰਮ ਕਰਨਾ ਵੀ ਅਸੀਂ ਇਸ ਸਵਾਲ ਦਾ ਆਹ ਜਵਾਬ ਹੈ, ਐਕੂਰੇਟ ਸਵਾਲ ਦਾ ਜਵਾਬ ਦੇਣਾ, ਤੇ ਜਿਹੜਾ ਸਹੀ ਸਵਾਲਾਂ ਦੇ ਜਵਾਬ ਦੇ ਦਿੰਦਾ ਪਾਸ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਆ ਜਿਹੜੀ ਸੰਸਾਰ ਦੀ ਰਚਨਾ ਰਚੀ ਗਈ ਹੈ, ਸ੍ਰਿਸ਼ਟੀ ਹੈ, ਪੇਪਰ ਹੈ, ਇਹਦੇ ਵਿੱਚ ਹੀ ਸਵਾਲ ਨੇ, ਇਹਦੇ ਵਿੱਚ ਹੀ ਜਵਾਬ ਨੇ। ਇੱਥੋਂ ਅਸੀਂ ਸਵਾਲਾਂ ਦੇ ਜਵਾਬ ਦੇਣੇ। ਸੋ ਜਿਹੜਾ ਸਹੀ ਜਵਾਬ ਦੇਈ ਜਾਂਦਾ ਉਹਨੂੰ ਹੌਸਲਾ ਹੋ ਜਾਂਦਾ, ਪਾਸ ਹੋ ਜਾਂਦਾ, ਤੇ ਜਿਹੜਾ ਗਲਤ ਦੇਈ ਜਾਂਦਾ ਉਹ ਫੇਲ ਹੋਈ ਜਾਂਦਾ, ਉਹ ਇੱਥੇ ਰਹਿ ਜਾਂਦਾ। ਸੋ ਪਾਤਸ਼ਾਹ ਕਹਿੰਦੇ ਜਿਹੜਾ ਮਰਜ਼ੀ ਗਿਆਨ ਮੰਗ ਲਵੋ ਦੇਈ ਜਾਂਦਾ। ਸੰਸਾਰ ਦੇ ਵਿੱਚ ਜਿਹੜਾ ਮਰਜ਼ੀ ਗਿਆਨ ਲੈ ਲਓ, ਤੁਸੀਂ ਮਾਇਆ ਵੱਲ ਨੂੰ ਹੋ ਜਾਓ ਤਾਂ ਮਾਇਆ ਹੀ ਨਹੀਂ ਮੁੱਕਦੀ, ਗਾਹਾਂ ਦੀ ਗਾਹਾਂ ਮਾਇਆ ਦੀ ਖੋਜ ਚੱਲੀ ਜਾਂਦੀ ਹੈ। ਇੱਧਰੋਂ ਵੀ ਨਹੀਂ ਕੋਈ ਘੱਟ ਆ। ਜਦੋਂ ਜੋਤ ਮਾਇਆ 'ਚ ਨੂੰ ਫਸਦੀ ਹੈ ਤਾਂ ਨਿਕਲਣ ਲਈ ਵੀ ਕੋਈ ਰਾਹ ਨਹੀਂ ਨਿਕਲਦਾ, ਤੇ ਜਦੋਂ ਜੋਤ ਮਾਇਆ 'ਚੋਂ ਨਿਕਲਣਾ ਚਾਹੁੰਦੀ ਹੈ ਤੇ ਨਿਕਲਣ ਲਈ ਬੜੇ ਰਸਤੇ ਨਿਕਲੇ ਆਉਂਦੇ ਆ। ਇਹ ਗੱਲ ਖੁਦ ਜੀਵ ਤੇ ਹੈ ਕਿ ਜੀਵ ਨੇ ਕਿਹੜਾ ਰਸਤਾ ਚੁਣਨਾ। ਹੁਕਮ ਨੇ ਇਹਨੂੰ ਉਸੇ ਤਰੀਕੇ ਲਿਜਾਣਾ। ਹੁਕਮ ਉਸੇ ਤਰ੍ਹਾਂ ਹੀ ਚੱਲਦਾ ਜਿਵੇਂ ਇੱਕ ਸਮਝਣ ਤੌਰ ਤੇ ਸਾਡੇ ਕੋਲ ਨੋਟ ਹੈ 100 ਰੁਪਈਆ, ਤੁਸੀਂ ਚਾਹੇ 100 ਰੁਪਏ ਨਾਲ ਜ਼ਹਿਰ ਲਿਆਓ ਤੇ ਚਾਹੇ 100 ਰੁਪਏ ਨਾਲ ਦੁੱਧ ਲੈ ਲਓ। ਇਹ ਤਾਂ ਤੁਹਾਡੇ ਤੇ ਨਿਰਭਰਤ ਹੈ। ਹੁਣ 100 ਰੁਪਏ ਨਾਲ ਜ਼ਹਿਰ ਲਈ ਵੀ ਚੱਲ ਜਾਣਾ ਤੇ ਦੁੱਧ ਲਈ ਵੀ ਚੱਲ ਜਾਣਾ। 100 ਰੁਪਏ ਨੂੰ ਕੋਈ ਫਰਕ ਨਹੀਂ ਪੈਣਾ ਕਿ ਮੈਂ ਕਿੱਥੇ ਚੱਲਦਾ, ਫਰਕ ਉਹਨੂੰ ਪੈਂਦਾ ਜਿਹੜਾ ਚਲਾ ਰਿਹਾ। ਇਸੇ ਤਰ੍ਹਾਂ ਜਿਹੜਾ ਹੁਕਮ ਹੈ ਉਹਨੂੰ ਕੋਈ ਫਰਕ ਨਹੀਂ ਹੈ, ਸਾਨੂੰ ਫਰਕ ਹੈ ਕਿ ਅਸੀਂ ਹੁਕਮ ਨਾਲ ਕਿਵੇਂ ਚੱਲਣਾ ਚਾਹੁੰਦੇ। ਜਿਹੋ ਜਿਹੀ ਅਸੀਂ ਹੁਕਮ ਨਾਲ ਡੀਲਿੰਗ ਕਰਾਂਗੇ ਉਹਨੇ ਸਾਨੂੰ ਉਸੇ ਤਰ੍ਹਾਂ ਦਾ ਹੀ ਜਲਵਾ ਦਿਖਾਉਣਾ। ਹੁਕਮ ਦੇ ਵਿੱਚ ਰਹਿ ਕੇ ਅਸੀਂ ਮਾਇਆ ਪ੍ਰਾਪਤ ਕਰਨੀ ਚਾਹੁੰਦੇ ਹਾਂ ਤਾਂ ਸਾਨੂੰ ਮਾਇਆ ਮਿਲੀ ਚੱਲੂਗੀ। ਹੁਕਮ ਵਿੱਚ ਰਹਿ ਕੇ ਅਸੀਂ ਸੱਚ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਸੱਚ ਮਿਲ ਜਾਣਾ। ਸੋ ਜੋ ਮੰਗੇ ਉਹ ਦਿੰਦਾ ਹੈ। ਸੋ ਜੇ ਹੁਣ ਦੇਖਿਆ ਜਾਵੇ ਜਿਹੜੇ ਭਗਤ ਸਾਹਿਬਾਨ ਸੀ ਉਹਨਾਂ ਨੂੰ ਰਾਗ ਕਿਹਨੇ ਸਿਖਾਏ, ਉਹਨਾਂ ਕੋਲ ਰਾਗ ਵਿਦਿਆ ਕਿੱਥੋਂ ਆ ਗਈ? ਇਹ ਸਭ ਕਰਤੇ ਦੀ ਖੇਡ ਹੈ। ਸੋ ਭਗਤ ਬੇਲੋੜਾ ਗਿਆਨ ਨਹੀਂ ਸੋਚਦੇ, ਨਾ ਉਹ ਮੰਗਦੇ ਆ। ਸੋ ਅਸਤ, ਸੱਸੇ ਨੂੰ ਔਂਕੜ ਹੈ, ਸੋ ਵੱਖਰਾ ਸ਼ਬਦ ਹੈ, ਅਸਤ ਵੱਖਰਾ ਸ਼ਬਦ ਹੈ। ਸੋ ਅਸਤ, ਜਿਵੇਂ ਸਾਡੇ ਵੀ ਪੁੱਤਰ ਸੁਪੁੱਤਰ ਚੰਗਾ ਸ਼ੁਭ ਮੰਨਦੇ ਆ, ਕਹਿੰਦੇ ਪੁੱਤਰ ਹੁੰਦਾ ਇੱਕ ਸੁਪੁੱਤਰ ਹੁੰਦਾ। ਇਸੇ ਤਰ੍ਹਾਂ ਇੱਕ ਅਸਤ ਹੈ, ਇੱਕ ਸੋ ਅਸਤ ਹੈ। ਮਨ ਦਾ ਸੁਭਾਅ ਅਸਤ ਕੀ ਹੈ? ਪਰਮ ਗਤੀ, ਅੱਗੇ ਵਧਣਾ। ਆਸ ਦਾ ਭਾਵ ਹੁੰਦਾ ਆਰਥ, ਧਨ, ਗਿਆਨ ਜੋ ਗੁਰਬਾਣੀ ਵਿੱਚੋਂ ਮਿਲਦਾ। ਸੋ ਅਸਤ ਆਥ। ਪਹਿਲਾਂ ਜਦੋਂ ਮਨ ਅਸਤ ਨਹੀਂ ਹੁੰਦਾ, ਮਾਇਆ ਨਾਲ ਜੁੜ ਕੇ ਚੱਲਦਾ, ਉਦੋਂ ਇਹਨੂੰ ਉਹੀ ਅਰਥ ਮਿਲਦਾ। ਆਥ ਦੀ ਉਹੀ ਹੁੰਦੀ ਹੈ, ਗਿਆਨ ਉਹੀ ਹੁੰਦਾ, ਮਾਇਆ ਵਿੱਚ ਕਿਵੇਂ ਕਿਵੇਂ ਤਰੱਕੀ ਕਰਨੀ। ਜਦੋਂ ਮਨ ਅਸਤ ਹੋ ਜਾਂਦਾ ਫਿਰ ਇਹਦਾ ਆਥ ਜਿਹੜਾ ਹੋ ਜਾਂਦਾ ਉਹ ਗਿਆਨ ਵਾਲੇ ਪਾਸੇ ਨੂੰ ਹੋ ਜਾਂਦਾ। ਜਦੋਂ ਚੰਦਰਮਾ ਛਿਪ ਜਾਂਦਾ ਸਾਡੀ ਪੰਜਾਬੀ ਬੋਲੀ ਮੁਤਾਬਕ, ਤਾਂ ਸੂਰਜ ਦੀ ਰੌਸ਼ਨੀ ਇਹ 'ਤੇ ਪੈਂਦੀ ਰਹਿੰਦੀ ਹੈ, ਇਹਦੀ ਲਾਈਟ ਵੱਧਦੀ ਰਹਿੰਦੀ ਹੈ। ਇਸੇ ਤਰ੍ਹਾਂ ਹੀ ਜਦੋਂ ਮਨ ਅਸਤ ਹੋ ਜਾਂਦਾ ਇਹਦੇ ਉੱਪਰ ਹੁਕਮ ਦੀ ਰੌਸ਼ਨੀ ਪੈਂਦੀ ਰਹਿੰਦੀ ਹੈ, ਚਾਰਜ ਹੋ ਜਾਂਦਾ। ਬ੍ਰਹਮ ਬਾਣੀ ਦੇ ਨਾਲ ਹੀ ਮਨ ਮਿਟਦਾ। ਮਰਮਾਓ ਜਿਹੜੀ ਬ੍ਰਹਮ ਦੀ ਬੋਲੀ ਹੈ, ਹੁਕਮ ਹੈ ਜਿਹੜਾ ਸਭੇ ਘਟ ਰਾਮ ਬੋਲੇ,
ਉਹਦੀ ਜਿਹੜੀ ਬੋਲਣ ਹੈ, ਉਹਦੀ ਰੌਸ਼ਨੀ, ਉਹਦਾ ਗਿਆਨ ਹੀ ਹੈ। ਉਹਦੇ ਨਾਲ ਮਨ ਦੀਆਂ ਇਛਾਵਾਂ ਮਰ ਜਾਂਦੀਆਂ ਨੇ। ਇਹੀ ਅਸਲ ਵਿੱਚ ਸੱਚਖੰਡ ਵੱਲੋਂ ਸ਼ਹੀਦੀ ਹੈ। ਮਨ ਦਾ ਮਰ ਜਾਣਾ ਹੀ, ਮਨ ਦੀ ਇੱਛਾ ਦਾ ਤਿਆਗ ਹੋ ਜਾਣਾ ਹੀ ਸ਼ਹੀਦੀ ਗਿਣੀ ਜਾਂਦੀ ਹੈ ਸੱਚਖੰਡ ਦੇ ਅੰਦਰ। ਕਿ ਇਹ ਸ਼ਹੀਦ ਹੋ ਗਿਆ, ਕਿਸੇ ਲਈ ਹੋਇਆ। ਮਨ ਕਿਹਦੇ ਲਈ ਮਰਿਆ? ਸੱਚ ਲਈ ਮਰਿਆ, ਕਿ ਮੈਨੂੰ ਸੱਚ ਚਾਹੀਦਾ। ਦੇਹ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਨਾਮ ਦੀ ਪ੍ਰਾਪਤੀ ਵਾਸਤੇ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਉਹਨਾਂ ਦੇ ਕੋਲ ਜਾਣ ਦੇ ਲਈ ਮਨ ਨੂੰ ਇੱਛਾ ਛੱਡਣੀ ਹੀ ਸ਼ਹੀਦੀ ਗਿਣੀ ਜਾਂਦੀ ਹੈ। ਇਸ ਤੋਂ ਬਾਅਦ ਹੀ ਇਹਦਾ ਸਦ ਜੀਵਨ ਹੁੰਦਾ, ਫਿਰ ਇਹਨੂੰ ਅੰਮ੍ਰਿਤ ਮਿਲਦਾ, ਹੁਕਮ ਮਿਲ ਜਾਂਦਾ, ਹੁਕਮ ਨਾਲ ਜਿਉਂਦਾ ਹੋ ਜਾਂਦਾ। ਸ਼ਬਦ ਮਰੋ ਮਰੋ ਪੁਨ ਜੀਵੈ, ਪੁਨਰਪ ਜਨਮ ਨਾ ਹੋਈ। ਫਿਰ ਇਹ ਜਿਉਂਦਾ ਵੀ ਹੋ ਜਾਂਦਾ। ਨਾਨਕ ਨਾਮ ਮਿਲੇ ਤਾਂ ਜੀਵਾਂ, ਤਾਂ ਜਿਉਂਦਾ ਹੁੰਦਾ ਹੈ। ਇਹ ਸ਼ਹੀਦੀ ਹੈ, ਇਸੇ ਨੂੰ ਪਰਮ ਗਤੀ ਕਹਿੰਦੇ ਆ। ਬਾਣੀ ਬਾਣ ਦੀ ਤਰ੍ਹਾਂ ਹੁੰਦੀ ਹੈ, ਇੱਕ ਸ਼ਾਸਤਰ ਦੀ ਤਰ੍ਹਾਂ ਹੁੰਦੀ ਹੈ। ਮਨ ਦੀ ਹੋਂਦ ਹੈ ਜਿਹੜੀ ਫਿਰ ਖਤਮ ਹੋ ਜਾਂਦੀ ਹੈ। ਮਨ ਦਾ ਜਿਹੜਾ ਮੂਲ ਹੈ, ਉਹਦੀ ਰੌਸ਼ਨੀ ਹੈ, ਉਹਦੀ ਜਿਹੜੀ ਰੌਸ਼ਨੀ ਹੈ, ਉਹਦੀ ਜਿਹੜੀ ਇੱਛਾ ਹੈ, ਉਹ ਪੂਰੀ ਹੈ। ਏਕਾ ਆਸ ਰੱਖੋ ਮਨ ਮਾਹੇ, ਉਹ ਸਦਾ ਹੀ ਰਹਿੰਦੀ ਹੈ। ਸੋ ਦਸਵੇਂ ਪਾਤਸ਼ਾਹ ਵੀ ਇਹੀ ਗੱਲ ਕਹਿੰਦੇ ਆ ਕਿ ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਦੇਖੋ ਇੱਥੇ ਮਨ ਨਹੀਂ ਲਿਖਿਆ, ਚਿੱਤ ਲਿਖਿਆ, ਕਿਉਂਕਿ ਮਨ ਖਤਮ ਹੈ। ਮਨ ਦੀ ਸ਼ਹੀਦੀ ਹੋ ਚੁੱਕੀ ਹੈ। ਮਨ ਨੇ ਦੁਬਾਰਾ ਜਦੋਂ ਜਿਉਂਦਾ ਹੋਣਾ ਤਾਂ ਉਹਨੇ ਮਨ ਨਹੀਂ ਰਹਿਣਾ, ਉਹਨੇ ਚਿੱਤ ਬਣ ਜਾਣਾ। ਭਾਵ ਚਿੱਤ ਸਾਡਾ ਮੂਲ ਹੈ, ਉਹੀ ਸੂਰਜ ਹੈ। ਉਹਦੀ ਇੱਛਾ ਕੀ ਹੈ? ਪੂਰਨ ਹੋਏ ਚਿੱਤ ਕੀ ਇੱਛਾ ਕੀ ਹੈ? ਕਿ ਮੈਂ ਸਦਾ ਹੀ ਤੇਰੀ ਰਜ਼ਾ ਵਿੱਚ ਰਹਾਂ, ਤੇਰੇ ਭਾਣੇ ਵਿੱਚ ਰਹਾਂ, ਤੇਰੇ ਹੁਕਮ ਵਿੱਚ ਰਹਾਂ। ਸੋ ਅਸਤ ਆਥ ਬਾਣੀ ਵਰਮਾਓ, ਹੇ ਮੇਰੇ ਮਨਾ, ਜਿੰਨਾ ਚਿਰ ਤੂੰ ਅਸਤ ਨਹੀਂ ਹੁੰਦਾ, ਜਿੰਨਾ ਚਿਰ ਤੂੰ ਚੁੱਪ ਨਹੀਂ ਹੁੰਦਾ, ਜਿੰਨਾ ਚਿਰ ਤੇਰੇ ਅੰਦਰੋਂ ਮਾਇਆ ਦੀ ਭੁੱਖ ਨਹੀਂ ਨਾ ਮਿਟਦੀ, ਇੱਛਾ ਖਤਮ ਨਹੀਂ ਹੁੰਦੀਆਂ, ਉਨਾ ਚਿਰ ਬਾਣੀ ਹੈ ਜਿਹੜੀ ਵਰਮਾਓ ਨਹੀਂ ਹੁੰਦੀ। ਉਹ ਹੁਕਮ ਦੀ ਸੋਝੀ ਤੈਨੂੰ ਨਹੀਂ ਆਉਣੀ। ਜੋ ਤੇਰਾ ਬ੍ਰਹਮ ਬੋਲਦਾ, ਹਿਰਦੇ ਚੋਂ ਰਾਮ ਬੋਲਦਾ, ਉਹਦੇ ਬੋਲਾਂ ਦਾ ਨਹੀਂ ਤੈਨੂੰ ਪਤਾ ਲੱਗਦਾ। ਉਹਦਾ ਗਿਆਨ ਨਹੀਂ ਤੈਨੂੰ ਆਉਣਾ। ਉਹਦਾ ਗਿਆਨ ਤੈਨੂੰ ਉਦੋਂ ਆਉਣਾ ਜਦੋਂ ਤੂੰ ਚੁੱਪ ਕਰੇਗਾ। ਜਦੋਂ ਤੂੰ ਚੁੱਪ ਕਰ ਗਿਆ, ਉਹਦਾ ਪ੍ਰਾਪਤੀ ਹੋ ਗਈ। ਤਾਂ ਅੱਗੇ ਪਾਤਸ਼ਾਹ ਕਹਿੰਦੇ ਸਤ ਤੋਂ ਸੁਹਾਣ ਸਦਾ ਮਨੀ ਚਾਓ। ਫਿਰ ਵਿਕਾਰ ਖਤਮ ਨੇ, ਹੁਣ ਸੱਚ ਸੁਹਾਵਣਾ ਲੱਗਦਾ ਹੈ। ਸੱਤ ਤਾਂ ਹੁਣ ਆਪ ਹੀ ਇਹ, ਇਹਨੂੰ ਫਿਰ ਆਪਣਾ ਆਪਾ ਹੀ ਚੰਗਾ ਲੱਗਣ ਲੱਗ ਜਾਂਦਾ। ਜੇ ਆਪਾਂ ਨੂੰ ਮੈਲ ਲੱਗੀ ਹੋਵੇ, ਮਿੱਟੀ ਘੱਟਾ ਆਪਣੇ ਸਰੀਰ ਤੇ ਪਿਆ ਹੋਵੇ, ਕੱਪੜੇ ਗੰਦੇ ਹੋਣ ਤੇ ਆਪਾਂ ਨਹਾ ਲਈਏ, ਤੇ ਆਪਾਂ ਨੂੰ ਆਪਣਾ ਆਪਾ ਹੀ ਚੰਗਾ ਲੱਗਣ ਲੱਗ ਜਾਂਦਾ। ਜਦੋਂ ਮਿੱਟੀ ਘੱਟਾ ਗੰਦਗੀ ਲੱਗੀ ਹੁੰਦੀ, ਉਦੋਂ ਆਪਾਂ ਨੂੰ ਆਪਣਾ ਹੀ ਆਪਾ ਮਾੜਾ ਲੱਗਦਾ। ਆਪਣੇ ਆਪ ਦੀ ਉਹੀ ਗੱਲ ਹੈ। ਤੇ ਵਿਕਾਰ ਖਤਮ ਹੋ ਜਾਂਦੇ ਹੈ, ਇਹਨੂੰ ਫਿਰ ਆਪਣਾ ਸਰੂਪ ਸੋਹਣਾ ਲੱਗਦਾ। ਵਿਕਾਰਾਂ ਨਾਲ ਹੀ ਸੱਚ ਦੀ ਦੁਸ਼ਮਣੀ ਹੈ, ਸੱਚ ਝੂਠ ਦਾ ਮੇਲ ਨਹੀਂ ਹੈ। ਹੁਣ ਸਦਾ ਹੀ ਮਨ ਵਿੱਚ ਭਾਵ ਮੂਲ ਰਾਮ ਨੂੰ ਸਦਾ ਹੀ ਸੱਚ ਦੀ ਖੁਸ਼ੀ ਰਹਿੰਦੀ ਹੈ, ਪ੍ਰਸੰਨਤਾ ਰਹਿੰਦੀ ਹੈ। ਇਸੇ ਕਰਕੇ ਭਗਤਾਂ ਨੇ ਸੱਚ ਬੋਲਿਆ, ਉਹ ਵੀ ਨਿਰਭੈ। ਨਿਰਭੈ ਹੋ ਕੇ, ਕਿਸੇ ਦੇ ਭੈ 'ਚ ਨਹੀਂ, ਨਿਰਭੈ ਹੋ ਕੇ, ਖੁਸ਼ੀ ਵਿੱਚ ਤੇ ਜੀਵਾਂ ਦੇ ਭਲੇ ਵਾਸਤੇ। ਹਾਂ, ਇਹ ਗੱਲ ਠੀਕ ਹੈ ਕਿ ਜਦੋਂ ਸੱਚ ਬੋਲਿਆ ਜਾਂਦਾ, ਜਿਹੜਾ ਨਿਰਾਕਾਰੀ ਹੈ, ਉਹਦੇ ਨਾਲ ਜੀਵਾਂ ਨੂੰ ਤਕਲੀਫ ਜ਼ਰੂਰ ਹੁੰਦੀ ਹੈ। ਜਦੋਂ ਨਿਰਾਕਾਰੀ ਕੋਈ ਭਗਤ ਸਾਹਿਬਾਨ ਇੱਥੇ ਆ ਕੇ ਸੱਚ ਬੋਲਦੇ ਆ, ਉਹਦੀ ਤਕਲੀਫ ਜ਼ਰੂਰ ਹੁੰਦੀ ਹੈ। ਤਕਲੀਫ ਤਾਂ ਸਾਨੂੰ ਸੱਚ ਦੇ ਜਿਹੜਾ ਸੰਸਾਰੀ ਹੈ ਉਹ ਵੀ ਬੋਲੇ ਤੋਂ ਹੁੰਦੀ ਹੈ, ਪਰ ਜਿਹੜਾ ਨਿਰਾਕਾਰੀ ਸੱਚ ਬੋਲੇ ਤੋਂ ਤਕਲੀਫ ਹੁੰਦੀ ਹੈ, ਉਹ ਤਾਂ ਬਹੁਤ ਜ਼ਿਆਦਾ ਹੁੰਦੀ ਹੈ। ਉਹ ਜੇ ਹੁੰਦਾ ਸਾਡਾ ਭਲਾ, ਜਿਹੜਾ ਸੰਸਾਰੀ ਸਦੀ ਸੱਚ ਬੋਲਦੇ ਆ, ਉਹ 'ਚ ਸਾਡਾ ਭਲਾ ਨਹੀਂ ਹੁੰਦਾ, ਉਹ 'ਚ ਸਾਡਾ ਲੋਭ ਹੁੰਦਾ ਹੈ। ਅਸੀਂ ਲੋਭ ਲਈ ਬੋਲ ਦਿੰਦੇ ਹਾਂ ਵੀ ਚਲੋ ਇਹਦੇ ਨਾਲ ਆਪਾਂ ਬਣਾ ਕੇ ਰੱਖੀਏ,
ਉਹ ਵੀ ਅਸੀਂ ਕਦੇ ਕਦਾਈ ਬੋਲਦੇ ਹਾਂ। ਜਾਂ ਤਾਂ ਅਸੀਂ ਸੰਸਾਰੀ ਵੀ ਸੱਚ ਲਗਾਤਾਰ ਹੀ ਬੋਲੀ ਚਲੀਏ, ਫਿਰ ਵੀ ਸਾਨੂੰ ਨਿਰਾਕਾਰੀ ਸੱਚ ਦੀ ਸੋਝੀ ਆ ਸਕਦੀ ਹੈ। ਸੰਸਾਰੀ ਸੱਚ ਵੀ ਅਸੀਂ ਕਿਸੇ ਨੂੰ ਖੁਸ਼ ਕਰਨ ਵਾਸਤੇ ਬੋਲਦੇ ਨੇ, ਸਾਨੂੰ ਪਤਾ ਵੀ ਤਕੜਾ ਬੰਦਾ ਹੈ, ਦੂਜੇ ਨੂੰ ਅਸੀਂ ਬੋਲ ਦੋ ਵੀ ਹਾਂਜੀ ਹਾਂ ਮੇਰੇ ਸਾਹਮਣੇ ਨੇ ਕੀਤਾ। ਪਰ ਜਦੋਂ ਕਿਤੇ ਰੋਜ਼ ਫੇਰ ਹੋਰ ਜੀਵਨ ਚੱਲਦਾ, ਉਦੋਂ ਨਹੀਂ ਫਿਰ ਉਹ ਸੱਚ ਬੋਲਦਾ, ਜਾਂ ਤਾਂ ਫਿਰ ਉੱਥੇ ਵੀ ਸੱਚੀ ਬੋਲੇ। ਜਾਂ ਜਿਹਦੇ ਨਾਲ ਜੋੜਿਆ ਜਦੋਂ ਉਹਦੀ ਕੋਈ ਗਲਤੀ ਉਹਨੂੰ ਵੀ ਕਹੇ ਵੀ ਤੂੰ ਇੱਥੋਂ ਗਲਤ ਕੀਤਾ, ਪਰ ਉਹ ਨਹੀਂ ਕਹਿੰਦਾ, ਇਹਦਾ ਮਤਲਬ ਸੱਚ ਨਹੀਂ ਬੋਲਦਾ। ਪਰ ਹਰ ਇੱਕ ਬੰਦਾ ਕਹਿ ਜ਼ਰੂਰ ਦਿੰਦਾ ਵੀ ਮੈਂ ਵੀ ਤਾਂ ਸੱਚ ਹੀ ਬੋਲਦਾ, ਉਹ ਸੱਚ ਨਹੀਂ ਬੋਲਦਾ, ਉਹਨੂੰ ਭਰਮ ਹੈ, ਉਹ ਝੂਠ ਨੂੰ ਹੀ ਸੱਚ ਮੰਨ ਲੈਂਦਾ। ਜਿਵੇਂ ਸੁਭਾਅ ਬਣ ਜਾਂਦਾ, ਜੇ ਇੱਕ ਗੱਲ ਨੂੰ ਅਸੀਂ 100 ਵਾਰੀ ਕਹਿ ਦਈਏ ਤਾਂ ਸਾਨੂੰ ਆਪ ਨੂੰ ਹੀ ਲੱਗਣ ਲੱਗ ਜਾਂਦਾ ਵੀ ਇਹ ਗੱਲ ਸਹੀ ਹੈ। ਜਾਂ 100 ਬੰਦਾ ਜਿਹੜੀ ਚੀਜ਼ ਨੂੰ ਸੰਸਾਰ 'ਚ ਮੰਨਦਾ, ਹਾਲਾਂ ਕਹਿੰਦਾ ਵੀ ਸਹੀ ਹੋਏ, ਇਹਨੂੰ 100 ਬੰਦਾ ਮੰਨਦਾ। ਸੋ ਇਹ ਨਿਰਾਕਾਰੀ ਸੱਚ ਨਹੀਂ ਹੈ। ਜਿਵੇਂ ਡਾਕਟਰ ਹੈ, ਉਹ ਸਾਡੀ ਚੀਰ ਫਾੜ ਕਰਦਾ ਹੈ ਆਪਰੇਸ਼ਨ ਕਰਨ ਵਾਸਤੇ, ਤਾਂ ਹੁਣ ਮਰੀਜ਼ ਨੂੰ ਤਕਲੀਫ ਤਾਂ ਹੁੰਦੀ ਹੋਈ ਹੈ, ਪਰ ਉਹ ਤਕਲੀਫ ਜਾਣ ਕੇ ਤਾਂ ਨਹੀਂ ਦਿੰਦਾ। ਮਰੀਜ਼ ਦੇ ਅੰਦਰ ਜਿਹੜੀ ਉਹ ਸੱਟ ਦਾ ਕਾਰਨ ਤਕਲੀਫ ਹੈ, ਉਸ ਤਕਲੀਫ ਨੂੰ ਦੂਰ ਕਰਨ ਵਾਸਤੇ ਉਹਦੀ ਚੀੜ ਫਾੜ ਕਰਦਾ। ਇਸੇ ਤਰ੍ਹਾਂ ਗੁਰਮੁਖ ਹੈ, ਜਿਹੜੀ ਸਾਡੇ ਅੰਦਰ ਤਕਲੀਫ ਹੈ ਹਉਮੈ ਦੀ, ਹਉਮੈ ਦੀਰਘ ਰੋਗ ਹੈ, ਉਹਨੂੰ ਦੂਰ ਕਰਨ ਵਾਸਤੇ ਜਦੋਂ ਚੀਰ ਫਾੜ ਕਰਦੇ ਆ ਤਾਂ ਸਾਨੂੰ ਤਕਲੀਫ ਹੁੰਦੀ ਹੈ। ਸਾਨੂੰ ਤਕਲੀਫ ਉਹਦੀ ਹੁੰਦੀ ਹੈ ਜਿਹੜਾ ਹਿਰਦੇ 'ਚ ਹੈ। ਸਾਨੂੰ ਫਿਰ ਜਦੋਂ ਸਰੀਰ ਨੂੰ ਕੁਛ ਛੇੜਦਾ ਤਾਂ ਅਸੀਂ ਕਹਿੰਦੇ ਵੀ ਮੇਰੇ ਸਰੀਰ ਨੂੰ ਕਿਉਂ ਛੇੜਦਾ। ਇਸੇ ਤਰ੍ਹਾਂ ਜਦੋਂ ਗੁਰਮੁਖ ਕੁਛ ਸੱਚ ਦੀ ਗੱਲ ਕਰਦੇ, ਉਹ ਆਤਮਾ ਨੂੰ ਸਰੀਰ ਤੋਂ ਵੱਖ ਕਰਦੇ। ਤਕਲੀਫ ਆਤਮਾ ਨੂੰ ਹੈ, ਉਹ ਆਤਮਾ ਦਾ ਰੋਗ ਠੀਕ ਕਰਨਾ ਚਾਹੁੰਦੇ, ਫਿਰ ਅਸੀਂ ਰੌਲਾ ਪਾਉਂਦੇ ਵੀ ਨਹੀਂ ਇਹ ਮੈਨੂੰ ਮਾਰ ਦੂਗਾ, ਇਹ ਸਾਡਾ ਵਿਰੋਧ ਕਰਦਾ। ਪਰ ਜਿਹੜਾ ਡਾਕਟਰ ਹੈ ਉਹ ਇਲਾਜ ਕਰਦਾ ਹੈ। ਇਸੇ ਤਰ੍ਹਾਂ ਜਿਹੜੇ ਗੁਰਮੁਖ ਨੇ ਉਹ ਇਲਾਜ ਕਰਦੇ, ਉਹਨਾਂ ਦਾ ਆਪਣਾ ਫਰਜ਼ ਹੈ। ਸੋ ਗੁਰਮੁਖਾਂ ਨੇ ਸੱਚ ਬੋਲਿਆ, ਝੂਠ ਦੇ ਮਰੀਜ਼ਾਂ ਨੂੰ ਤਕਲੀਫ ਤਾਂ ਹੋਈ ਔਰ ਹੁੰਦੀ ਵੀ ਹੈ। ਕਈ ਵਾਰੀ ਇੱਥੋਂ ਤੱਕ ਹਾਲਤ ਬਣ ਜਾਂਦੇ ਆ ਸੰਸਾਰੀ ਤੌਰ ਤੇ ਵੀ, ਕਈ ਮਰੀਜ਼ ਡਾਕਟਰ ਦੇ ਲੱਤ ਜਾਂ ਥੱਪੜ ਵੀ ਮਾਰ ਦਿੰਦੇ, ਗਾਲਾਂ ਵੀ ਕੱਢ ਦਿੰਦੇ, ਤੇ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਇਸੇ ਤਰ੍ਹਾਂ ਹੀ ਹੁੰਦਾ ਗੁਰਮੁਖਾਂ ਨਾਲ। ਜਦੋਂ ਗੁਰਮੁਖ ਸੱਚ ਬੋਲਦੇ ਆ, ਜਿਹੜੇ ਸੰਸਾਰੀ ਲੋਕ ਹੈ, ਉਹ ਗੁਰਮੁਖਾਂ ਨਾਲ ਵੀ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਕੀਤੇ ਹੀ ਨੇ। ਪੰਜਵੇਂ ਪਾਤਸ਼ਾਹ ਨੇ ਕੀਤੇ, ਛੇਵੇਂ ਪਾਤਸ਼ਾਹ ਨੇ ਕੀਤੇ, ਗੁਰੂ ਨਾਨਕ ਸਾਹਿਬ ਨੇ ਕੀਤੇ, ਸ੍ਰੀ ਪਾਤਸ਼ਾਹ ਕਬੀਰ ਜੀ ਨੇ ਕੀਤੇ, ਸ੍ਰੀ ਪਾਤਸ਼ਾਹ ਨਾਮਦੇਵ ਜੀ ਨੇ ਕੀਤੇ, ਸਾਰਿਆਂ ਨੇ ਕਰਦੇ ਆਉਂਦੇ। ਕਿਉਂਕਿ ਸਾਡਾ ਸੰਸਾਰ ਦੇ ਵਿੱਚ ਸਰੀਰ ਨਾਲ ਮੋਹ ਹੁੰਦਾ ਹੈ, ਅਸੀਂ ਜ਼ਿਆਦਾ ਸਰੀਰ ਨਾਲ ਜੁੜੇ ਹੋਏ ਹਾਂ, ਅਸੀਂ ਆਪਣੀ ਆਤਮਾ ਵੀ ਨਹੀਂ ਦੇਖਣੀ ਚਾਹੁੰਦੇ। ਆਤਮਾ ਤਾਂ ਉਦੋਂ ਹੀ ਦ੍ਰਿਸ਼ਟਮਾਨ ਹੁੰਦੀ ਹੈ ਜਦੋਂ ਸਰੀਰ ਦਾ ਮੋਹ ਟੁੱਟੇ। ਪੇਟ ਦੇ ਵਿੱਚੋਂ ਰਸੌਲੀ ਉਦੋਂ ਹੀ ਬਾਹਰ ਕੱਢੀ ਜਾਊਗੀ ਨਾ ਜਦੋਂ ਆਪਰੇਸ਼ਨ ਹੋਊਗਾ, ਕੱਟ ਵੱਢ ਹੋਊਗੀ। ਇੰਨੀ ਕੁ ਤਕਲੀਫ ਤਾਂ ਫਿਰ ਚੱਲਣੀ ਪੈਂਦੀ ਹੈ। ਜਿਵੇਂ ਅੱਜ ਕੱਲ੍ਹ ਕਹਿ ਦਿੰਦੇ ਆ ਵੀ ਮੜ ਜੇ ਕੋਈ ਸੱਚ ਬੋਲ ਵੀ ਪਵੇ ਤੇ ਸਾਡੇ ਜੀ ਹਿਰਦੇ ਬਲੂੰਦਰੇ ਗਏ, ਇੰਨੀ ਕੁ ਤਾਂ ਫਿਰ ਭਾਈ ਸੱਚ ਨੂੰ ਤਕਲੀਫ ਚੱਲਣੀ ਪਊਗੀ ਜੇ ਚੱਲਣੀ ਹੈ। ਇਹਦਾ ਸੰਸਾਰੀ ਸੱਚ ਹੈ। ਜੇ ਕਿਤੇ ਨਿਰਾਕਾਰੀ ਸੱਚ ਜਦੋਂ ਕੋਈ ਬੋਲਦਾ, ਉਦੋਂ ਤਾਂ ਬਹੁਤ ਦੇ ਹਿਰਦੇ ਬਲੂੰਦਰ ਹੁੰਦੇ, ਫਿਰ ਨਹੀਂ ਦੇਖਿਆ ਜਾਂਦਾ ਵੀ ਅੱਗੇ ਕੀ ਹੈ, ਫਿਰ ਤਾਂ ਹੁਕਮ ਹੀ ਹੈ ਜੋ ਚੱਲ ਰਿਹਾ ਬਸ। ਸੋ ਭਗਤਾਂ ਦੇ ਬੋਲੇ ਹੋਏ ਸੱਚ ਤੋਂ ਤਕਲੀਫ ਮੰਨਦੇ ਆ ਸੰਸਾਰੀ ਲੋਕ, ਪਰ ਭਗਤਾਂ ਡਾਕਟਰਾਂ ਵਾਂਗੂ ਇਲਾਜ ਕਰਦੇ ਹਨ ਹਉਮੈ ਵਾਲੇ ਰੋਗ ਦਾ। ਲੋਕ ਭਗਤਾਂ ਨੂੰ ਵੀ ਬਹੁਤ ਕੁਝ ਕਹਿੰਦੇ ਆ, ਪਰ ਭਗਤ ਸੱਚ ਬੋਲੇ ਬਿਨਾਂ ਰਹਿ ਨਹੀਂ ਸਕਦੇ, ਕਿਉਂਕਿ ਉਹਨਾਂ ਦਾ ਧਰਮ ਹੀ ਇਹ ਹੈ ਕਿ ਸੱਚ ਬੋਲਣਾ। ਫਿਰ ਇਹ ਸੰਸਾਰੀ ਪਖੰਡੀ ਝੂਠੇ ਧਰਮੀ ਲੋਕਾਂ ਨੂੰ ਭਗਤ ਚੰਗੇ ਨਹੀਂ ਲੱਗਦੇ, ਫਿਰ ਉਹ ਇਹਨਾਂ ਦੇ ਸਰੀਰਾਂ 'ਤੇ ਵੀ ਵਾਰ ਕਰਦੇ ਆ। ਪਰ ਭਗਤ ਸਰੀਰ ਹੁੰਦੇ ਹੋਏ ਵੀ ਸਰੀਰ ਨਾਲ ਜੁੜੇ ਨਹੀਂ ਹੁੰਦੇ। ਜਿਵੇਂ ਸੁੰਨ ਕੀਤਾ ਹੋਇਆ
ਸਰੀਰ ਨੂੰ ਜਦੋਂ ਸੁੰਨ ਕਰ ਦਿੰਦੇ ਆ, ਉਹ ਉਨਾ ਹਿੱਸਾ ਸਰੀਰ ਨਾਲ ਜੁੜਿਆ ਤਾਂ ਹੁੰਦਾ ਹੀ ਹੈ, ਪਰ ਉੱਥੇ ਕੁਝ ਵੀ ਕਰੀ ਚੱਲੋ ਕੋਈ ਤਕਲੀਫ ਨਹੀਂ ਹੁੰਦੀ। ਇਸੇ ਤਰ੍ਹਾਂ ਮਨ ਹੈ ਜਿਹੜਾ ਸੰਸਾਰ 'ਚ ਰਹਿੰਦਾ ਹੋਇਆ ਵੀ ਸੁੰਨ ਹੋ ਜਾਂਦਾ ਹੈ। ਮਨ ਸੰਸਾਰ ਵਾਲੇ ਪਾਸਿਓਂ ਸੁੰਨ ਹੋ ਜਾਂਦਾ ਹੈ ਤੇ ਫਿਰ ਉਹਨੂੰ ਕੋਈ ਤਕਲੀਫ ਹੀ ਨਹੀਂ ਹੁੰਦੀ, ਮਾਇਆ ਦੀ ਕੋਈ ਇੱਛਾ ਹੀ ਨਹੀਂ ਉੱਠਦੀ। ਫਿਰ ਜਿਹੜਾ ਮੂਲ ਹੈ ਸਾਡਾ, ਉਹਨੂੰ ਮਨ ਦੇ ਅੰਦਰੋਂ ਸਾਰੇ ਵਿਕਾਰ ਕੱਢ ਦਿੰਦਾ ਹੈ, ਸਾਰੀ ਇਨਫੈਕਸ਼ਨ ਚੱਕ ਦਿੰਦਾ ਹੈ, ਸ਼ੁੱਧ ਕਰਕੇ ਚੰਗੀ ਤਰ੍ਹਾਂ ਉਹਦੇ ਉੱਤੇ ਮੱਲਮ ਪੱਟੀ ਲਾਉਂਦਾ। ਨਾਮ ਦੀ ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਫਿਰ ਜਿਹੜਾ ਦੁੱਖ ਹੈ ਉਹੀ ਦਾਰੂ ਬਣ ਜਾਂਦੀ ਹੈ, ਦਵਾਈ ਦਾ ਰੂਪ ਧਾਰਨ ਕਰ ਜਾਂਦਾ ਹੈ। ਦੁੱਖ ਭੰਜਨ ਤੇਰਾ ਨਾਮ ਚ, ਫਿਰ ਉਹ ਨਾਮ ਹਿਰਦੇ ਵਿੱਚ ਸਦਾ ਲਈ ਵਸ ਜਾਂਦਾ ਹੈ। ਸੋ ਇਸੇ ਤਰ੍ਹਾਂ ਹੀ ਪਾਤਸ਼ਾਹ ਕਹਿੰਦੇ ਆ, ਸਤ ਸੁਹਾਣ ਸਦਾ ਮਨੀ ਚਾਹ। ਫਿਰ ਮਨ ਦੇ ਅੰਦਰ ਸਦਾ ਲਈ ਚਾਹ ਰਹਿੰਦਾ ਹੈ। ਇੱਥੇ ਚਾਹ ਹੈ, ਉੱਥੇ ਨਾਨਕ ਭਗਤਾਂ ਸਦਾ ਵਿਗਾਸ, ਇੱਕੋ ਹੀ ਗੱਲ ਹੈ। ਸਦਾ ਹੀ ਖਿੜੇ ਰਹਿੰਦੇ ਆ ਗੁਰਮੁਖ, ਸਦਾ ਹੀ ਹੁਕਮ ਦੇ ਵਿੱਚ ਰਹਿ ਕੇ ਪ੍ਰਸੰਨ ਹੋ ਕੇ ਚੱਲਦੇ ਆ, ਕੋਈ ਭੈ ਨਹੀਂ ਮਹਿਸੂਸ ਕਰਦੇ। ਸੋ ਹੇ ਮੇਰੇ ਮਨਾ, ਇਹ ਤੇਰੇ ਕੋਲ ਵੀ ਸਮਾਂ ਦਿੱਤਾ, ਇਹਨੂੰ ਹੁਣ ਤੂੰ ਸੁਖਦਾਇਕ ਬਣਾਉਣਾ, ਉਹ ਤੇਰੇ ਤੇ ਨਿਰਭਰ ਹੈ। ਗੁਰਬਾਣੀ ਤੇਰੇ ਕੋਲ ਹੈ, ਅੱਜ ਬਥੇਰੇ ਸੰਸਾਰ ਦੇ ਅੰਦਰ ਗੁਰਮੁਖ ਵੀ ਹੈਗੇ, ਉਹਨਾਂ ਨਾਲ ਬੈਠ ਕੇ ਵਿਚਾਰਾਂ ਕਰ। ਵੱਧ ਤੋਂ ਵੱਧ ਆਪਣੇ ਆਪ ਨੂੰ ਸਵਾਰ, ਆਪਣੇ ਮਨ ਨੂੰ ਅਸਤ ਕਰ, ਉਹਦੇ ਅੰਦਰ ਆਸ ਉਹ ਪੈਦਾ ਕਰ, ਗਿਆਨ ਉਹ ਪੈਦਾ ਕਰ ਜਿਹੜਾ ਮਨ ਦੀ ਰੌਸ਼ਨੀ ਵਧਾਵੇ, ਮਨ ਦੇ ਅੰਦਰ ਤਾਕਤ ਦੇਵੇ। ਸਤ ਸੁਹਾਣ ਸਦਾ ਮਨ ਚ, ਫਿਰ ਤੂੰ ਸਤ ਸਰੂਪ ਹੈ। ਤੇਰਾ ਹਿਰਦਾ ਜਿਹੜਾ ਉਹ ਬਹੁਤ ਵਿਸ਼ਾਲ ਹੈ, ਬੜੀ ਸੁੰਦਰ ਥਾਂ ਹੈ, ਪੁਨੀਤ ਥਾਂ ਹੈ। ਉੱਥੇ ਬੈਠ ਕੇ ਮਨ ਦੇ ਅੰਦਰ ਚਾਰ ਰੱਖ, ਖੇੜਾ ਰੱਖ, ਹੁਕਮ ਦੇ ਵਿੱਚ ਵਿਚਰ। ਇਹੀ ਤੇਰੀ ਵਾਰੀ ਹੈ, ਇਹ ਤੇਰੀ ਅਵਸਰ, ਇਹ ਤੇਰੀ ਬਾਤ। ਘੱਟ ਪੀਤਰ ਤੋਂ ਦੇਖ। ਸੋ ਅੱਜ ਦਾ ਵਿਚਾਰ ਇੱਥੋਂ ਤੱਕ ਸੀ। ਵਿਚਾਰ ਕਰਦੇ ਪਾਸੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।